ਇੱਕ ਰੋਜ਼ ਇੱਕ ਪਿੰਡ ਵਿੱਚ ਰਹਿੰਦੇ ਵਿਅਕਤੀ ਨੂੰ ਰਾਤ ਨੂੰ ਉਸ ਦੀ ਚੈਸਟ ਦੇ ਖੱਬੇ ਪਾਸੇ ਸੀਵੀਅਰ ਪੇਨ ਸ਼ੁਰੂ ਹੋ ਜਾਂਦਾ ਹੈ। ਪਸੀਨਾ ਆਉਣ ਲੱਗਦਾ ਹੈ। ਉਸ ਨੂੰ ਸ਼ੱਕ ਪੈਂਦਾ ਹੈ ਕਿ ਸ਼ਾਇਦ ਉਸ ਨੂੰ ਹਾਰਟ ਅਟੈਕ ਆ ਰਿਹਾ ਹੈ। ਉਹ ਕੋਲ ਸੁੱਤੀ ਪਈ ਬਜ਼ੁਰਗ ਮਾਂ, ਜਿਸ ਦੀ ਉਮਰ ਕਰੀਬਨ 85 ਸਾਲ ਹੈ, ਉਸ ਨੂੰ ਉਠਾ ਕੇ ਕਹਿੰਦਾ ਹੈ ਕਿ ਉਹ ਉਸ ਦੀ ਛਾਤੀ ਨੂੰ ਉਹਨੇ ਜ਼ੋਰ ਨਾਲ ਦਬਾਏ ਜਿੰਨੇ ਜ਼ੋਰ ਨਾਲ ਉਹ ਦਬਾ ਸਕਦੀ ਹੈ। ਬਜ਼ੁਰਗ ਮਹਿਲਾ ਉਸ ਵਿੱਚ ਜਿੰਨਾ ਕੁ ਵੀ ਜ਼ੋਰ ਸੀ ਉਸਨੇ ਉਨੀ ਜ਼ੋਰ ਨਾਲ ਉਸ ਦੀ ਛਾਤੀ ਨੂੰ ਦਬਾਇਆ। ਉਸਨੇ ਕੁਝ ਠੀਕ ਮਹਿਸੂਸ ਕੀਤਾ। ਉਹ ਸੋਚਦਾ ਹੈ ਕਿ ਸਵੇਰੇ ਉੱਠੇਗਾ ਤੇ ਹਸਪੀਟਲ ਜਾ ਕੇ, ਸ਼ਹਿਰ ਜਾ ਕੇ ਉਹ ਆਪਣੀ ਬਾਡੀ ਦਾ ਕੰਪਲੀਟ ਚੈੱਕਅਪ ਕਰਾਏਗਾ। ਕਿਉਂਕਿ ਉਹ ਪਿੰਡ ਵਿੱਚ ਰਹਿੰਦਾ ਹੈ, ਸਵੇਰ ਹੁੰਦੀ ਹੈ, ਉਹ 2.5 ਕਿਲੋਮੀਟਰ ਤੁਰ ਕੇ ਬੱਸ ਸਟੈਂਡ ਤੱਕ ਪਹੁੰਚਦਾ ਹੈ। ਬੱਸ ਲਈ ਜਾਂਦੀ ਹੈ ਔਰ ਉਹ ਸਿੱਧਾ ਹਸਪੀਟਲ ਪਹੁੰਚ ਜਾਂਦਾ ਹੈ। ਜਦੋਂ ਡਾਕਟਰਸ ਦੇ ਮੁਖਾਤਿਬ ਹੁੰਦਾ ਹੈ ਤਾਂ ਡਾਕਟਰਸ ਬੜੇ ਹੀ ਚਿੰਤਾ ਵਿਅਕਤ ਕਰਦੇ ਨੇ। ਡਾਕਟਰਸ ਪੁੱਛਦੇ ਨੇ, ਤੁਹਾਡੇ ਨਾਲ ਕੌਣ ਆਇਆ ਹੈ? ਵਿਅਕਤੀ ਦਾ ਜਵਾਬ ਹੈ ਕਿ ਉਹ ਇੱਥੇ ਇਕੱਲਾ ਹੀ ਆਇਆ ਹੈ ਤੇ ਉਸਨੇ ਸਿਰਫ ਆਪਣੀ ਬਾਡੀ ਦਾ ਚੈੱਕਅਪ ਕਰਾਉਣਾ ਹੈ। ਪਰ ਡਾਕਟਰਸ ਹੈਰਾਨੀ ਨਾਲ ਕਹਿੰਦੇ ਨੇ ਕਿ ਤੁਸੀਂ ਇਕੱਲੇ ਆਪਣੇ ਆਪ ਆ ਕਿਵੇਂ ਗਏ? ਤੁਹਾਡੇ ਹਾਰਟ ਦੀਆਂ ਚਾਰੋਂ ਆਰਟਰੀਜ਼ ਬਲੌਕ ਨੇ, ਤੁਹਾਨੂੰ ਇਨਸਟੈਂਟਲੀ ਬਾਈਪਾਸ ਸਰਜਰੀ ਲਈ ਜਾਣਾ ਪਏਗਾ। ਉਸ ਨੂੰ ਬਾਈਪਾਸ ਸਰਜਰੀ ਲਈ ਰეკਮੈਂਡ ਕਰ ਦਿੱਤਾ ਜਾਂਦਾ ਹੈ ਔਰ ਉਸ ਦੀ ਸਰਜਰੀ ਕਰ ਵੀ ਦਿੱਤੀ ਜਾਂਦੀ ਹੈ। ਸਮੇਂ ਸਿਰ ਉਸ ਦੀ ਜਾਨ ਖੁਸ਼ਕਿਸਮਤੀ ਦੇ ਨਾਲ ਬਚ ਜਾਂਦੀ ਹੈ। ਪਰ ਇਸ ਤਰ੍ਹਾਂ ਦਾ ਖੁਸ਼ਕਿਸਮਤ ਦੋਸਤੋ ਹਰ ਵਿਅਕਤੀ ਨਹੀਂ ਹੁੰਦਾ। ਖੁਸ਼ਾਮਦੀਦ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਅਦੀਬ ਅਜ਼ੀਜ਼ ਦੋਸਤੋ, ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਕੁਝ ਖਾਸ ਸਾਂਝਾ ਕਰਨ ਜਾ ਰਹੇ ਹਾਂ। ਤੁਸੀਂ ਚੰਡੀਗੜ੍ਹ ਦਾ ਐਲਾਂਟੇ ਮਾਲ ਤੱਕ ਘੁੰਮਿਆ ਹੀ ਹੋਵੇਗਾ, ਪਰ ਕੀ ਤੁਸੀਂ ਉੱਥੇ ਸਥਾਪਿਤ ਕੀਤਾ ਇੱਕ ਟੈਲੀਮੈਡੀਸਨ ਸੈਂਟਰ ਕਦੇ ਵਿਜ਼ਿਟ ਕੀਤਾ ਹੈ? ਸ਼ਾਇਦ ਨਹੀਂ। ਜੇ ਨਹੀਂ ਕੀਤਾ ਤਾਂ ਆਓ ਇੱਕ ਰਾਊਂਡ ਤੁਹਾਨੂੰ ਚੰਡੀਗੜ੍ਹ ਦੇ ਐਲਾਂਟੇ ਮਾਲ ਦੇ ਉਸ ਟੈਲੀਮੈਡੀਸਨ ਸੈਂਟਰ ਦਾ ਲਗਵਾਉਂਦੇ ਹਾਂ। ਟੈਲੀਮੈਡੀਸਨ ਐਪ ਦੇ ਕੁਝ ਲਾਜਵਾਬ ਫੀਚਰਸ ਨੇ, ਯਾਨੀ ਕਿ ਇੱਥੇ ਆਉਣ ਵਾਲੇ ਹਰੇਕ ਪੇਸ਼ੈਂਟ ਨੂੰ ਡਿਜੀਟਲ ਸਟੈਥੋਸਕੋਪ ਪ੍ਰੋਵਾਈਡ ਕਰਾਇਆ ਜਾਏਗਾ। ਉਸ ਦੀ ਟੈਂਪਰੇਚਰ ਮੇਜਰਮੈਂਟ ਕੀਤੀ ਜਾਂਦੀ ਹੈ, ਹਾਈਟ, weight, ਬੋਡੀ ਮਾਸ ਇਹ ਵੀ ਦੇਖਿਆ ਜਾਂਦਾ ਹੈ। ਨਾਲ ਦੀ ਨਾਲ ਡਿਜੀਟਲ ਸਪਾਇਰੋਮੀਟਰ, ਡਿਜੀਟਲ ਡਰਮੋਸਕੋਪ, ਡਿਜੀਟਲ ਆਰਥੋਸਕੋਪ, 12 ਲੀਡ ECG ਪਲਸ ਰੇਟ, ਬਲੱਡ ਆਕਸੀਜਨ ਸੈਚੂਰੇਸ਼ਨ, ਬਲੱਡ ਪ੍ਰੈਸ਼ਰ ਚੈੱਕਅਪ। ਇੰਨਾ ਹੀ ਨਹੀਂ, ਇਸ ਦੇ ਨਾਲ ਇਨਸਟੈਂਟ ਰਿਪੋਰਟਸ ਤੇ ਇਲੈਕਟ੍ਰੋਨਿਕ ਹੈਲਥ ਕੇਅਰ ਰਿਕਾਰਡਸ ਵੀ ਮੈਂਸ਼ਨ ਹੁੰਦੇ ਨੇ। HD ਵੀਡੀਓ ਕਾਨਫਰੰਸਿੰਗ ਡਾਕਟਰਸ ਦੇ ਨਾਲ ਡਾਇਰੈਕਟ ਕਰਵਾਈ ਜਾਂਦੀ ਹੈ। सर 2-3 दिन से फीवर हो रहा है, उसी के साथ साथ स्टमक पेन हो रहा है। फीवर कितना होता है आपको? सर 100, कभी 101 भी हो जाता है। और ठंड भी लगती है जब बुखार होता है? हाँ जी। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਐਪਸ ਜੋ ਨੇ ਉਹ ਬਣਾਈਆਂ ਜਾ ਚੁੱਕੀਆਂ ਨੇ, ਪਰ ਉਹਨਾਂ ਦੀ ਖਾਮੀ ਕਿਤੇ ਨਾ ਕਿਤੇ ਉਹਨਾਂ ਦੇ ਵਰਕਿੰਗ ਪ੍ਰੋਸੈਸ ਵਿੱਚ ਰਹਿੰਦੀ ਹੈ, ਕਿਉਂਕਿ ਉਹਨਾਂ ਐਪਸ ਦੇ ਵਿੱਚ ਡਾਕਟਰ ਦੇ ਨਾਲ ਤੁਹਾਡਾ ਡਾਇਰੈਕਟ ਜੋ ਕੰਸਲਟ ਹੈ ਉਹ ਨਹੀਂ ਕਰਵਾਈ ਜਾਂਦੀ। ਪਰ ਇਹ ਜਿਹੜੇ ਡਾਇਗਨੋਸ ਸੈਂਟਰਸ ਨੇ ਜੋ ਐਸਟੈਬਲਿਸ਼ ਕੀਤੇ ਗਏ ਨੇ, ਇਹਨਾਂ ਦੇ ਵਿੱਚ ਵੱਖੋ-ਵੱਖ ਕਿਸਮ ਦੀਆਂ ਜੋ ਸਹੂਲਤਾਂ ਨੇ ਉਹ ਮੌਜੂਦ ਨੇ। ਸੋ ਕਾਫੀ ਜੋ ਹੈਰੈਸਮੈਂਟ ਹੈ ਔਰ ਇਸ ਦੇ ਨਾਲ ਦੇ ਨਾਲ ਇੱਕ ਸਮੇਂ ਦੀ ਵੇਸਟੇਜ ਹੈ, ਪੈਸੇ ਦੀ ਵੇਸਟੇਜ ਹੈ ਔਰ ਤੁਹਾਨੂੰ ਛੁੱਟੀਆਂ ਆਪਣੇ ਦਫ਼ਤਰ ਤੋਂ ਜਾਂ ਕੰਮਕਾਰ ਤੋਂ ਲੈਣੀਆਂ ਪੈਂਦੀਆਂ, ਉਸ ਦੇ ਵਿੱਚ ਕਾਫੀ ਹੱਦ ਤੱਕ ਬਚਾਅ ਜੋ ਹੈ ਉਹ ਇਸ ਐਪ ਦੇ ਜ਼ਰੀਏ ਹੋ ਸਕਦਾ ਹੈ। मैं डॉक्टर वरिंदर गर्ग MD ਰੇਡੀਓਲੋਜੀ ਪਿਛਲੇ 22 ਸਾਲਾਂ ਤੋਂ ਉੱਤਰ ਭਾਰਤ ਦੇ ਵੱਖ-ਵੱਖ ਸਥਾਨਾਂ ਤੇ ਮੈਡੀਕਲ ਅਫਸਰ ਅਤੇ ਰੇਡੀਓਲੋਜਿਸਟ ਦੇ ਨਾਤੇ ਸੇਵਾਵਾਂ ਦੇ ਰਿਹਾ ਹਾਂ ਔਰ ਪ੍ਰੈਜ਼ੈਂਟਲੀ ਮੈਂ PGI ਚੰਡੀਗੜ੍ਹ ਦੇ ਵਿੱਚ OSD ਦੇ ਨਾਤੇ ਪੋਸਟਡ ਹਾਂ। ਤਾਂ ਇਹਦੇ ਵਿੱਚੋਂ 14 ਸਾਲ ਕਰੀਬ ਮੇਰੀ ਜਿਹੜੀ ਸਰਵਿਸ ਰਹੀ ਹੈ ਉਹ ਪੇਂਡੂ ਖੇਤਰ ਅਤੇ ਪੇਂਡੂ ਖੇਤਰਾਂ ਨਾਲ ਸੰਬੰਧਿਤ ਹਸਪੀਟਲਾਂ ਦੇ ਵਿੱਚ ਰਹੀ ਹੈ। ਅਤੇ ਉਸ ਦੇ ਦੌਰਾਨ ਮੈਂ ਮਹਿਸੂਸ ਕੀਤਾ ਹੈ ਕਿ ਜਿਹੜੇ ਸਾਡੇ ਪੇਂਡੂ ਖੇਤਰ ਹਨ ਉਹਨਾਂ ਦੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਅਤੇ ਖਾਸ ਤੌਰ 'ਤੇ ਡਾਇਗਨੋਸਟਿਕ ਫੈਸਿਲਿਟੀਜ਼ ਦੀ ਬਹੁਤ ਬੁਰੀ ਤਰ੍ਹਾਂ ਘਾਟ ਹੈ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਹਨ ਉੱਥੇ ਬਹੁਤ ਜ਼ਿਆਦਾ ਭੀੜ ਹੈ ਔਰ ਪੇਂਡੂ ਮਰੀਜ਼ ਉਦੋਂ ਹੀ ਸ਼ਹਿਰੀ ਖੇਤਰਾਂ ਦੇ ਹਸਪਤਾਲਾਂ ਦੇ ਵਿੱਚ ਆਉਂਦੇ ਹਨ ਜਦੋਂ ਉਹਨਾਂ ਨੂੰ ਸਮੱਸਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਪ੍ਰਾਈਵੇਟ ਖੇਤਰ ਦੇ ਵਿੱਚ ਜਿਹੜੇ ਹਸਪੀਟਲ ਹਨ ਉਹ ਬੜੇ ਮਹਿੰਗੇ ਹਨ ਅਤੇ ਬਹੁਤੇ ਵਸੋਂ ਦੇ ਵੱਡੇ ਹਿੱਸੇ ਦੇ ਅਫੋਰਡੇਬਿਲਿਟੀ ਤੋਂ ਬਾਹਰ ਹਨ।
ਇਸ ਸਮੱਸਿਆ ਦੇ ਹੱਲ ਦੇ ਲਈ ਅਸੀਂ PGI ਦੇ ਵਿੱਚ ਸੈਂਟਰ ਫॉर ਇਨੋਵੇਸ਼ਨ ਐਂਡ ਬਾਇਓ ਡਿਜ਼ਾਈਨ ਦੇ ਵਿੱਚ, ਜਿਸ ਨੂੰ ਕਿ ਪਪੂਲਰਲੀ CBAD ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਟੈਲੀਮੈਡੀਸਨ ਦੇ ਪ੍ਰੋਜੈਕਟ ਉੱਤੇ ਕੰਮ ਕਰਦਿਆਂ ਹੋਇਆਂ ਕਿ ਕਿਸ ਤਰ੍ਹਾਂ ਦਾ ਟੈਲੀਮੈਡੀਸਨ ਕਿਓਸਕ ਡਿਵੈਲਪ ਕੀਤਾ ਹੈ, ਜਿਸ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੈਠੇ ਹੋਏ ਜਿਹੜੇ ਡਾਕਟਰ ਹੈ ਉਹਨਾਂ ਦੀਆਂ OPD ਸੁਵਿਧਾਵਾਂ ਪੇਂਡੂ ਖੇਤਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਮਿਲ ਸਕਣਗੀਆਂ, ਅਤੇ ਨਾਲ ਹੀ ਜਿਹੜਾ ਵੀ ਉੱਥੇ ਟੈਸਟ ਕਰਨੇ ਹਨ, ਵਾਈਟਲਸ ਰਿਕਾਰਡ ਕਰਨੇ ਹਨ, ਡਾਕਟਰ ਨੂੰ ਜਿਹੜੀਆਂ ਸੰਬੰਧਿਤ ਜਾਣਕਾਰੀਆਂ ਚਾਹੀਦੀਆਂ ਹਨ, ਉਹ ਸਾਰੀਆਂ ਜਾਣਕਾਰੀਆਂ ਵੀ ਉਸੇ ਸਥਾਨ 'ਤੇ ਜਿਹੜੇ ਪੈਰਾਮੈਡੀਕਲ ਵਰਕਰ ਪੋਸਟਰ ਹੋਣਗੇ ਉਹਨਾਂ ਦੁਆਰਾ ਕਰਕੇ ਡਾਕਟਰ ਦੀ ਸੁਪਰਵਿਜ਼ਨ ਦੇ ਵਿੱਚ ਉੱਥੇ ਭੇਜੀਆਂ ਜਾ ਸਕਦੀਆਂ। ਭਾਰਤ ਵਿੱਚ ਕਰੀਬਨ 68% ਲੋਕ ਕੁਆਲਿਟੀ ਹੈਲਥ ਲੈਗ ਕਰ ਰਹੇ ਨੇ। ਜੇਕਰ ਕਿਸੇ ਨੂੰ ਕਾਰਡਿਕ ਇਸ਼ੂਜ਼ ਨੇ ਤਾਂ ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੇ ਜਾਂ ਫਿਰ ਸਿੱਧਾ ਚੰਡੀਗੜ੍ਹ। ਇਹਨਾਂ ਮੇਨ ਹਬਸ ਤੋਂ ਇਲਾਵਾ ਤੁਹਾਨੂੰ ਕਿਤੇ ਅੱਛੇ ਕਾਰਡਿਕ ਐਕਸਪਰਟਸ ਘੱਟ ਮਿਲਦੇ ਨੇ। ਪਿੰਡਾਂ ਵਿੱਚ ਤਾਂ ਇਹ ਸਮੱਸਿਆ ਕਾਫੀ ਹੈ। ਟਰਾਂਸਪੋਰਟ ਫੈਸਿਲਿਟੀਜ਼ ਹਾਲੇ ਵੀ ਨਹੀਂ। ਘਰ ਵਿੱਚ ਡੰਗਰ ਵੱਛੇ ਦਾ ਕੰਮ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਪੇਂਡੂ ਲੋਕਾਂ ਨੂੰ ਹਰ ਹਾਲ ਘਰ ਆਉਣਾ ਲਾਜ਼ਮ ਹੁੰਦਾ ਹੈ। ਸੋ ਟੈਲੀਮੈਡੀਸਨ ਐਪਸ ਨਾਲ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ। मैं कल्याणी सिंह टेलीमेडिसिन नाल जुड़ी हुई हाँ। एक अफोर्डेबल हेल्थ केयर फैसिलिटी है जो सानू जरूर यूज़ करनी चाहिए है। टेलीमेडिसिन नाल असी आप दा चैकअप करा सकते हाँ एंड उस विच मैं एक डाइटिशियन थोड़े नाल जुड़ी हुई हाँ। ਦੋਸਤੋ, ਕੋਈ ਵੀ ਬਿਮਾਰੀ ਇੱਕਦਮ ਉਜਾਗਰ ਨਹੀਂ ਹੁੰਦੀ। ਉਸ ਨੂੰ ਆਪਣੇ ਫੁੱਲ ਫਾਰਮ ਦੇ ਵਿੱਚ ਆਉਂਦਿਆਂ ਕਾਫੀ ਸਮਾਂ ਲੱਗਦਾ ਹੈ। ਬੇਸ਼ੱਕ ਜਿਹੜੇ ਲੋਕ ਕਾਰਡਿਕ ਡਿਸਆਰਡਰਸ ਤੋਂ ਪੀੜਤ ਨੇ, ਉਹ ਜਾਂ ਤਾਂ BP ਦੇ ਮਰੀਜ਼ ਹੁੰਦੇ ਨੇ ਜਾਂ ਡਾਇਬੀਟਿਕ ਹੁੰਦੇ ਨੇ। ਸੋ ਉਹਨਾਂ ਦੇ ਅੰਦਰ ਉਸ ਤਰ੍ਹਾਂ ਦੀਆਂ ਚੀਜ਼ਾਂ ਜੋ ਨੇ ਉਹ ਬਿਲਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੌਲੀ ਆਰਟਰੀਜ਼ ਬਲੌਕ ਹੁੰਦੀਆਂ ਨੇ, ਜੋ ਅੱਗੇ ਜਾ ਕੇ ਕਾਰਡਿਕ ਇਸ਼ੂ ਜੋ ਹੈ ਉਹ ਕ੍ਰੀਏਟ ਕਰਦੀਆਂ ਨੇ। ਸੋ ਜ਼ਰੂਰਤ ਸਾਨੂੰ ਸਮੇਂ ਦੀ ਜ਼ਰੂਰਤ ਕੀ ਹੈ ਕਿ ਸਾਨੂੰ ਆਪਣੀ ਬਾਡੀ ਦਾ ਕੰਪਲੀਟ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ। ਟੈਲੀਮੈਡੀਸਿਨ ਦੇ ਥਰੂ ਅਸੀਂ ਸਹੀ ਵੇਲੇ ਤੇ ਆਪਦੀ ਬਿਮਾਰੀ ਨੂੰ ਪਛਾਣ ਸਕਦੇ ਹਾਂ, ਤੇ ਜੇ ਉਹ ਬਿਮਾਰੀ ਸਹੀ ਟਾਈਮ ਤੇ ਪਛਾਣੀ ਜਾਏ, ਡਾਈਟ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਹੈ, ਜਿਹਦੇ ਨਾਲ ਉਹ ਪ੍ਰੋਬਲਮ ਸ਼ਾਇਦ ਰਿਵਰਸ ਹੋ ਸਕਦੀ ਹੈ। ਜਿਵੇਂ ਕਿ ਡਾਇਬੀਟੀਜ਼। ਸਾਡੇ ਕੋਲ ਇੱਕ ਪੇਸ਼ੈਂਟ ਆਇਆ, ਉਹਦਾ HbA1c ਤਕਰੀਬਨ 7.5 ਸੀ। ਇਹ HbA1c ਟੈਕਲ ਹੋ ਸਕਦਾ ਸੀ। ਸੋ ਥਰੂ ਪ੍ਰੋਪਰ ਲਾਈਫਸਟਾਈਲ ਚੇਂਜਸ, ਜਿਹਦੇ ਵਿੱਚ ਡਾਈਟ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਉਹਦੇ ਥਰੂ ਅਸੀਂ ਨਾਟ ਜਸਟ ਵਾਟ ਟੂ ਈਟ, ਵੈਨ ਟੂ ਈਟ, ਹਾਊ ਮਚ ਟੂ ਈਟ, ਕਿਉਂਕਿ ਪੋਰਸ਼ਨ ਕੰਟਰੋਲ ਵੀ ਇੱਕ ਬਹੁਤ ਵੱਡੀ ਚੀਜ਼ ਹੈ ਵੈਨ ਇਟ ਕਮਸ ਟੂ ਡਾਈਟ। ਅਸੀਂ ਇਹ ਸਾਰੀਆਂ ਚੀਜ਼ਾਂ ਮੋਨੀਟਰ ਕਰਕੇ, ਇਹਦੇ ਨਾਲ ਸਲੀਪ ਸਾਈਕਲ, ਸਕਰੀਨ ਟਾਈਮ, ਇਹ ਸਾਰੀਆਂ ਚੀਜ਼ਾਂ ਮੋਨੀਟਰ ਕਰਕੇ ਐਂਡ ਡਾਈਟ ਵਿੱਚ ਥੋੜੀਆਂ ਤਬਦੀਲੀਆਂ ਲਾ ਕੇ ਇਸੇ ਪੇਸ਼ੈਂਟ ਦਾ HbA1c ਤਕਰੀਬਨ 6.1 ਲੈ ਆਈ ਸੀ। ਇਹਦੇ ਨਾਲ ਉਹਦਾ weight, ਉਹਦਾ waist circumference ਐਂਡ so many other comorbidities, ਯਾਨੀ ਕਿ ਜੋ ਉਹਦੇ ਨਾਲ ਕੁਝ ਹੋਰ ਵੀ ਪ੍ਰੋਬਲਮ ਸੀਗੀਆਂ, ਉਹ ਸੋਲਵ ਕਰਤੀਆਂ। ਜੋ ਟੈਸਟ ਨੇ ਉਹ ਬਾਹਰਲੀਆਂ ਲੈਬਸ ਦੇ ਵਿੱਚ ਕਾਫੀ ਜ਼ਿਆਦਾ ਮਹਿੰਗੇ ਨੇ। ਐਗਜ਼ਾਮਪਲ ਦੇ ਤੌਰ ਤੇ ਜਿਹੜਾ ਟੈਸਟ ਬਾਹਰ 2400 ਰੁਪਏ ਦਾ ਹੁੰਦਾ ਹੈ, ਉਹ ਅੰਦਰ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਕੀਤਾ ਜਾਂਦਾ ਹੈ। ਸੋ ਇੱਕ ਵੱਡਾ ਇਨੀਸ਼ੀਏਟਿਵ ਹੈ PGI ਦੇ ਡਾਕਟਰਸ ਦੀ ਟੀਮ ਵੱਲੋਂ ਲਿਆ ਗਿਆ ਹੈ, ਜੋ PGI ਦੇ ਡਾਕਟਰਸ ਤੇ ਤੁਹਾਡੇ ਵਿਚਾਲੇ ਜੋ ਗੈਪ ਹੈ ਉਸ ਨੂੰ ਖਤਮ ਕਰੇਗਾ। ਅਸੀਂ ਇਹਦੇ ਨਾਲ ਸੰਬੰਧਿਤ ਜਿਹੜਾ ਇੱਕ ਹਾਰਡਵੇਅਰ ਡਿਜ਼ਾਈਨ ਕੀਤਾ ਹੈ, ਜਿਸ ਦੇ ਵਿੱਚ ਇੱਕ ਹੈਲਥ ਕਿਓਸਕ ਹੈ, ਜਿਸ ਦੇ ਮਾਧਿਅਮ ਦੇ ਨਾਲ ਮਰੀਜ਼ ਜੋ ਹੈ ਰਜਿਸਟਰਡ ਹੋਣ ਤੋਂ ਬਾਅਦ ਉਹਦੇ ਵਾਈਟਲਸ ਜਿਹੜੇ ਹੈਗੇ ਨੇ ਉਹ ਆਟੋਮੈਟਿਕਲੀ ਰਿਕਾਰਡ ਕੀਤੇ ਜਾ ਸਕਦੇ ਨੇ, ਅਤੇ ਨਾਲ ਹੀ ਇੱਕ ਛੋਟੀ ਪੁਆਇੰਟ ਆਫ ਕੇਅਰ ਡਾਇਗਨੋਸਟਿਕ ਲੈਬ ਜਿਹੜੀ ਹੈਗੀ ਆਟੋਮੇਟਡ, ਉਹ ਇਹਦੇ ਨਾਲ ਜੋੜੀ ਹੈ, ਤਾਂ ਜੋ ਜਿਹੜੇ ਟੈਸਟ ਡਾਕਟਰ ਮਰੀਜ਼ ਨੂੰ ਲਿਖਣ ਉਹ ਵੀ ਉਸੇ ਸਥਾਨ ਦੇ ਉੱਤੇ ਇੱਕ ਅਫੋਰਡੇਬਲ ਮੈਨਰ ਨਾਲ ਘੱਟ ਤੋਂ ਘੱਟ ਪੈਸਿਆਂ ਦੇ ਨਾਲ ਹੋ ਜਾਵਣ। ਇਹ ਜਿਹੜਾ ਸਾਡਾ ਕਨਸੈਪਟ ਹੈਗਾ, ਇਹ ਮੈਡੀਸਨ ਦੀਆਂ, ਪੀਡੀਆਟ੍ਰਿਕਸ ਦੀਆਂ
ਜੋ ਪਿੰਡਾਂ ਦੇ ਵਿੱਚ ਬਜ਼ੁਰਗ ਹਨ, NCD ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਲਾਈਫ ਸਟਾਈਲ ਨਾਲ ਸੰਬੰਧਿਤ ਬਿਮਾਰੀਆਂ ਨੇ, ਜਿਨ੍ਹਾਂ ਨੂੰ ਅਸੀਂ NCD ਕਹਿੰਦੇ ਆ, ਨਾਨ ਕਮਿਊਨੀਕੇਬਲ ਡਿਜ਼ੀਜ਼, ਉਹ ਬਹੁਤ ਬੁਰੀ ਤਰ੍ਹਾਂ ਵੱਧ ਰਹੀਆਂ ਹਨ। ਔਰ ਇੱਕ NCD ਨੂੰ ਇੱਕ ਕੰਪਲਿਕੇਟਡ ਸਟੇਜ ਤੇ ਜਾਣ ਲਈ ਕਈ ਸਾਲ ਲੱਗਦੇ ਹਨ। ਜੇਕਰ ਇਹ ਸਾਰੀਆਂ ਸੁਵਿਧਾਵਾਂ ਪਿੰਡਾਂ ਵਿੱਚ ਉਪਲਬਧ ਹੋਣਗੀਆਂ ਅਤੇ ਮਰੀਜ਼ਾਂ ਦੇ ਟੈਸਟ ਟਾਈਮ ਸਿਰ ਹੋ ਜਾਣਗੇ ਤਾਂ ਬਲੱਡ ਪ੍ਰੈਸ਼ਰ ਦੇ ਔਰ ਡਾਇਬਟੀਜ਼ ਦੇ ਔਰ ਪ੍ਰੀ ਡਾਇਬਟਿਕ ਜਿਹੜੇ ਮਰੀਜ਼ ਹਨ ਉਹਨਾਂ ਦੀ ਸਕਰੀਨਿੰਗ ਹੋ ਜਾਏਗੀ। ਪ੍ਰੋਪਰ ਲਾਈਫ ਸਟਾਈਲ ਉਹਨਾਂ ਦੇ ਵਿੱਚ, ਉਹਨਾਂ ਦੇ ਖਾਣ ਪਾਣ ਦੇ ਵਿੱਚ, ਰਹਿਣ ਸਹਿਣ ਦੇ ਵਿੱਚ ਬਦਲਾਅ ਆਉਣ ਦੇ ਨਾਲ ਜ਼ਿਆਦਾ ਗੰਭੀਰ ਬਿਮਾਰੀਆਂ ਜਿਵੇਂ ਸਟ੍ਰੋਕ, ਹਾਰਟ ਅਟੈਕ ਵਗੈਰਾ ਪੈਦਾ ਹੀ ਨਹੀਂ ਹੋਣਗੀਆਂ ਜਾਂ ਫਿਰ ਬਹੁਤ ਘੱਟ ਗਿਣਤੀ ਵਿੱਚ ਪੈਦਾ ਹੋਣਗੀਆਂ। ਡਾਇਟਰੀ ਫੈਸਿਲਿਟੀਜ਼ ਇਹਦੇ ਵਿੱਚ ਅਵੇਲੇਬਲ ਨੇ ਥਰੂ ਵਿਚ ਦ ਪ੍ਰੋਬਲਮ ਕੈਨ ਬੀ ਟੈਕਲਡ ਵੈਲ ਇਨ ਟਾਈਮ। ਮੇਰਾ ਨਾਮ ਡਾਕਟਰ ਰੋਹਿਤ ਗਰਗ ਹੈ। ਅਸੀਂ ਇੱਕ ਵਰਚੁਅਲ ਟੈਲੀਮੈਡੀਸਨ ਕਲੀਨਿਕ ਸਟਾਰਟ ਕੀਤਾ ਹੈ ਇਲੈਂਟੇ ਮਾਲ ਚੰਡੀਗੜ੍ਹ ਵਿੱਚ। ਇਹ ਸਾਡਾ ਕਿਓਸਕ ਹੈ। ਇਹ ਅਸੀਂ ਜਿਹੜੇ ਲੋਕ ਚੰਡੀਗੜ੍ਹ ਇਲੈਂਟੇ ਮਾਲ ਵਿੱਚ ਘੁੰਮਣ ਆਉਂਦੇ ਆ ਉਹਨਾਂ ਵਾਸਤੇ ਇਹ ਵਰਚੁਅਲ ਕਲੀਨਿਕ ਸਟਾਰਟ ਕੀਤਾ ਹੈ। ਉਹ ਲੋਕ ਆਪਣੇ ਇੱਥੇ 48 ਤਰ੍ਹਾਂ ਦੇ ਟੈਸਟ ਕਰਵਾ ਸਕਦੇ ਆ, ਡਾਕਟਰ ਕੰਸਲਟੇਸ਼ਨ ਕਰਵਾ ਸਕਦੇ ਆ, ਵੀਡੀਓ ਕੰਸਲਟੇਸ਼ਨ ਹੁੰਦੀ ਹੈ ਤੇ ਆਪਣੀ ਹੈਲਥ ਦਾ ਚੈੱਕਅਪ ਕਰਵਾ ਸਕਦੇ ਆ। ਬਹੁਤ ਹੀ ਅਫੋਰਡੇਬਲ ਪ੍ਰਾਈਸਿਸ ਦੇ ਉੱਤੇ ਇਹ ਲੋਕ ਇਹ ਟੈਸਟ ਕਰ ਰਹੇ ਨੇ ਔਰ ਇਹ ਇੱਕ ਬਹੁਤ ਵੱਡਾ ਕਦਮ ਹੈ ਸਿਹਤਮੰਦ ਸਮਾਜ ਦੇ ਵੱਲ, ਨਿਰੋਗੀ ਸਮਾਜ ਦੇ ਵੱਲ। ਔਰ ਮੈਂ ਆਸ਼ਾ ਕਰਦਾ ਹਾਂ ਕਿ ਪੰਜਾਬ ਦੇ ਲੋਕ ਛੇਤੀ ਪ੍ਰਮੋਟਿਵ ਐਂਡ ਪ੍ਰੀਵੈਂਟਿਵ ਹੈਲਥ ਵੱਲ ਧਿਆਨ ਦੇ ਕੇ ਜੋ ਅੱਜ ਕੱਲ੍ਹ ਪੰਜਾਬ ਨੂੰ ਇੱਕ NCD ਦਾ ਕੇਂਦਰ ਬਣ ਗਿਆ ਹੈ, ਇੱਕ ਸਿਹਤਮੰਦ ਸਮਾਜ ਵੱਲ ਕਦਮ ਵਧਾਉਣਗੇ। ਔਰ ਅਸੀਂ ਪੰਜਾਬੀ ਜ਼ਿੰਦਾਦਿਲੀ ਲਈ, ਖੁੱਲ੍ਹੇ ਖਾਣ ਲਈ, ਖੁੱਲ੍ਹੇ ਰਹਿਣ ਲਈ ਮਸ਼ਹੂਰ ਹਾਂ, ਲੇਕਿਨ ਵਰਤਮਾਨ ਪਰਿਸਥਿਤੀਆਂ ਦੇ ਵਿੱਚ, ਬਦਲਦੀ ਜੀਵਨ ਸ਼ੈਲੀ ਦੇ ਵਿੱਚ ਅਸੀਂ NCD ਦੇ ਸ਼ਿਕਾਰ ਨਾ ਬਣੀਏ ਔਰ ਟਾਈਮ ਸਿਰ ਤੇ ਆਪਣਾ ਟੈਸਟ ਕਰਵਾ ਕੇ ਔਰ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਅਸੀਂ ਇਹਨਾਂ ਨਾਮਰਾਦ ਬਿਮਾਰੀਆਂ ਤੋਂ ਬਚੇ ਰਹੀਏ। ਇਸ ਦੇ ਵਿੱਚ ਇਹ ਦੋਨੋਂ ਸਟਾਰਟਅਪ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਤੇ ਮੈਂ ਇਹਨਾਂ ਨੂੰ ਸਾਧੂਵਾਦ ਵੀ ਦਿੰਦਾ ਹਾਂ ਔਰ ਇਹ ਆਸ਼ਾ ਵੀ ਕਰਦਾ ਹਾਂ ਕਿ ਆਪਣੇ ਇਸ ਟੀਚੇ ਵਿੱਚ ये बहुत कामयाब होंगे। और आपके टेस्ट आ गए हैं। ओके, उसमें बिलिरुबिन थोड़ा सा ज़्यादा आ रहा है, 1.3 आ रहा है। ठीक है सर। ठीक है, विडाल टेस्ट भी थोड़ा माइल्डली उसमें पॉजिटिव आ रहा है। तो मैं कुछ मेडिसिन लिख रहा हूँ, आप उसको लीजिए। एक और कुछ खाने पीने की प्रिकॉशन रखनी है, पानी उबाल के पीना है। ठीक है सर। ओके। और घर का खाना खाना है, हल्का खाना खाना है। हाँ, ये मेडिसिन लो, 5 दिन की मैं मेडिसिन लिख रहा हूँ, तो उससे आप बिल्कुल ठीक हो जाए। ਸੋ ਹੁਣ ਤੁਸੀਂ ਘਰ ਬੈਠੇ ਹੀ PGI ਦੇ ਡਾਕਟਰਸ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਜ਼ਰੂਰਤ ਨਹੀਂ ਹੈ ਉੱਥੇ ਜਾਣ ਦੀ, ਕਾਰਡ ਬਣਾਉਣ ਦੀ ਔਰ ਖੱਜਲ ਖਵਾਰ ਹੋਣ ਦੀ, ਆਪਣੇ ਆਫਿਸ ਤੋਂ ਛੁੱਟੀਆਂ ਲੈਣ ਦੀ। ਸੋ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਟੈਲੀਮੈਡੀਸਿਨਸ ਜੋ ਸੈਂਟਰਸ ਨੇ ਉੱਥੇ ਵਿਜ਼ਿਟ ਕਰੋ ਔਰ ਬਹੁਤ ਜਲਦ ਪੰਜਾਬ ਵਿੱਚ ਥਾਂ-ਥਾਂ ਇਹ ਸੈਂਟਰਸ ਖੋਲੇ ਜਾ ਰਹੇ ਨੇ। ਸੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਵੀ ਹੈ ਔਰ ਇੱਕ ਵੱਡਾ ਇਨੀਸ਼ੀਏਟਿਵ ਵੀ ਹੈ ਲੋਕਾਂ ਦਾ ਸਮਾਂ ਬਚਾਉਣ ਦਾ ਔਰ ਤੁਹਾਡੀ ਹੈਲਥ ਦਾ ਇਸ ਦੇ ਵਿੱਚ ਪੂਰਾ ਖਿਆਲ ਰੱਖਿਆ ਗਿਆ ਹੈ। ਔਰ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਕਿ ਬਿਮਾਰੀ ਅਰਾਈਜ਼ ਹੋਏ, ਉਸ ਦੇ ਸਿੰਪਟਮਸ ਅਰਾਈਜ਼ ਹੋਣ, ਉਸ ਤੋਂ ਪਹਿਲਾਂ ਹੀ ਤੁਸੀਂ ਆਪਣੀ ਬਾਡੀ ਦਾ ਕੰਪਲੀਟ ਚੈੱਕਅਪ ਕਰਾ ਲਓ ਔਰ ਲੋੜੀਂਦੇ ਸਮੇਂ ਤੇ ਜਿਹੜੀ ਲੋੜੀਂਦੀ ਮੈਡੀਕੇਸ਼ਨ ਹੈ ਔਰ ਡਾਕਟਰਸ ਨਾਲ ਕੰਸਲਟ ਹੈ ਉਹ ਕੀਤੀ ਜਾ ਸਕੇ।